ਹੈਲੋ एवरीवन ਕੀ ਹਾਲ ਚਾਲ ਵਾ ਤੁਹਾਡਾ। ਉਮੀਦ ਕਰਦਾ ਵਾਂ ਕਿ ਤੁਹਾਡਾ ਅੱਜ ਦਾ ਦਿਨ ਈਦ ਦਾ ਦਿਨ ਬੜਾ ਅੱਛੇ ਤਰੀਕੇ ਦੇ ਨਾਲ ਗੁਜ਼ਰਿਆ ਹੋਏਗਾ ਤੇ ਮੇਰੀ ਤਰਫੋਂ ਵੀ ਤੁਹਾਨੂੰ ਈਦ ਮੁਬਾਰਕ ਵਾ। ਯਾਰ ਅੱਜ ਦੀ ਜਿਹੜੀ ਈਦ ਦੀ ਨਮਾਜ਼ ਤੁਸੀਂ ਪੜ੍ਹੀ ਆ ਇਹ ਕੀ ਤੁਹਾਡੇ ਘਰ ਦੇ ਨਜ਼ਦੀਕ ਹੀ ਮਸਜਿਦ ਸੀ ਜਾਂ ਤੁਸੀਂ ਦੂਰ ਗਏ ਸੀ, ਕਿਤੇ ਚੱਲ ਕੇ ਗਏ ਸੀ? ਇਹ ਗੱਲ ਮੈਂ ਤੁਹਾਡੇ ਨਾਲ ਕਿਉਂ ਪੁੱਛਦਾ ਪਿਆ ਵਾਂ, ਵਜ੍ਹਾ ਦਰਅਸਲ ਇਹ ਆ क्योंकि अज जिंदगी दे विच पहली बारी मैनू एहसास होया वा कि यार कुछ लोग इस दुनिया दे विच ऐदां दे भी होने आ जिहड़े कि बसां ते बह के ईद दी नमाज़ पढ़न वास्ते आउंदे आ, दूरों दूरों ईद दी नमाज़ पढ़न वास्ते आउंदे आ। क्योंकि आपां पाकिस्तान दे विच रहिंदे आ, ये एक इस्लामी मुल्क वा, कदी ये एहसास ही नहीं होया क्योंकि अपने हर गली महल्ले दे विच ਤੇ ਆਪਣੇ ਸ਼ਹਿਰ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਮਸਜਿਦਾਂ ਹੈਗੀਆਂ ਵਾ ਤੇ ਤੁਹਾਨੂੰ ਵੀ ਕਦੀ ਇਹ ਅਹਿਸਾਸ ਨਹੀਂ ਹੋਇਆ ਹੋਵੇਗਾ ਕਿ ਲੋਕ ਕਿੰਨੀ ਦੂਰੋਂ ਦੂਰੋਂ ਆ ਕੇ ਵੀ ਈਦ ਦੀ ਨਮਾਜ਼ ਪੜ੍ਹਦੇ ਆ। ਕਿਉਂਕਿ ਮੈਂ ਈਦ ਦੀ ਨਮਾਜ਼ ਪੜ੍ਹਨ ਵਾਸਤੇ ਅੱਜ ਮਸਜਿਦ 'ਚ ਗਿਆ ਤੇ ਕਿਉਂਕਿ ਮਸਜਿਦ ਜਿਹੜੀ ਆ ਮੇਰੇ ਘਰ ਦੇ ਬਿਲਕੁਲ ਕਰੀਬ ਵਾ ਤੇ ਜ਼ਿੰਦਗੀ ਦੇ ਵਿੱਚ ਕਦੀ ਅਹਿਸਾਸ ਹੀ ਨਹੀਂ ਮੈਨੂੰ ਹੋਇਆ ਕਿ ਕੁਝ ਲੋਕ ਇੱਦਾਂ ਦੇ ਵੀ ਹੋਣੇ ਆ ਕਿ ਜਿਨ੍ਹਾਂ ਨੂੰ ਮਸਜਿਦ ਦੇ ਵਿੱਚ ਆ ਕੇ ਈਦ ਦੀ ਨਮਾਜ਼ ਪੜ੍ਹਨ ਵਾਸਤੇ ਬੱਸਾਂ 'ਤੇ ਬਹਿ ਕੇ ਆਉਣਾ ਪੈਂਦਾ ਵਾ, 2-2 3-3 ਘੰਟਿਆਂ ਦਾ ਸਫ਼ਰ ਕਰਕੇ ਆਉਣਾ ਪੈਂਦਾ ਵਾ। ਉਹਦੀ ਵਜ੍ਹਾ ਸਿਰਫ ਇਹ ਸੀ ਕਿਉਂਕਿ ਆਪਾਂ ਪਾਕਿਸਤਾਨ ਦੇ ਵਿੱਚ ਰਹਿੰਦੇ ਹਾਂ, ਇੱਕ ਇਸਲਾਮੀ ਮੁਲਕ ਵਾ, ਹਰ ਗਲੀ ਮਹੱਲੇ ਦੇ ਵਿੱਚ ਮਸਜਿਦਾਂ ਬਣੀਆਂ ਹੋਈਆਂ ਵਾ ਤੇ ਆਪਾਂ ਬੜੀ ਆਸਾਨੀ ਦੇ ਨਾਲ ਈਦ ਦੀ ਨਮਾਜ਼ ਪੜ੍ਹ ਲੈਂਦੇ ਹਾਂ। ਗੱਲ ਦਰਅਸਲ ਇਹ ਆ ਕਿ ਜਿੰਨੇ ਵੀ ਯੂਰਪੀ ਮੁਲਕ ਵਾ, ਅਮਰੀਕਾ ਹੋ ਗਿਆ, ਬਰਤਾਨੀਆ ਹੋ ਗਿਆ, ਕੈਨੇਡਾ ਹੋ ਗਿਆ, ਜਰਮਨੀ, ਫਰਾਂਸ, ਜਿੰਨੇ ਵੀ ਇਹ ਯੂਰਪੀ ਮੁਲਕ ਹੈਗੇ ਆ ਤੁਹਾਨੂੰ ਵੀ ਪਤਾ ਵਾ ਉਹ ਮੁਸਲਿਮ ਮੁਲਕ ਤੇ ਨਹੀਂ ਹੈਗੇ, ਗੈਰ ਮੁਸਲਿਮ ਉੱਥੇ ਜ਼ਿਆਦਾ ਆਬਾਦੀ ਦੇ ਵਿੱਚ ਵਾ, ਮੁਸਲਮਾਨ ਜਿਹੜੇ ਅਕਲੀਅਤ ਦੇ ਵਿੱਚ ਵਾ ਉੱਥੇ। ਤੇ ਉਹ ਮੁਲਕਾਂ ਦੇ ਵਿੱਚ ਜਿਹੜੀਆਂ ਮਸਜਿਦਾਂ ਹੈਗੀਆਂ ਨਾ, ਕਿਤੇ ਕਿਤੇ ਮਸਜਿਦਾਂ ਹੈਗੀਆਂ ਵਾ, ਜ਼ਿਆਦਾ ਤਾਦਾਦ ਦੇ ਵਿੱਚ ਮਸਜਿਦਾਂ ਨਹੀਂ ਹੈਗੀਆਂ। ਤੇ ਇਸ ਵਜ੍ਹਾ ਤੋਂ ਉੱਥੇ ਜਿਹੜੇ ਮੁਸਲਮਾਨ ਰਹਿੰਦੇ ਆ, ਕਿਉਂਕਿ ਜਿਹੜੇ ਲੋਕ ਬਾਹਰ ਜਾਂਦੇ ਆ ਯੂਰਪੀ ਮੁਲਕਾਂ ਦੇ ਵਿੱਚ, ਉਹਨਾਂ ਦੇ ਅੰਦਰ ਇਹ ਅਹਿਸਾਸ ਪੈਦਾ ਹੁੰਦਾ ਵਾ ਕਿਉਂਕਿ ਉਹ ਆਪਣੇ ਇਸਲਾਮੀ ਮੁਲਕ ਪਾਕਿਸਤਾਨ ਦੇ ਵਿੱਚ ਤੇ ਹਰ ਗਲੀ ਮਹੱਲੇ ਦੇ ਵਿੱਚ ਮਸਜਿਦ ਕਰੀਬ ਹੁੰਦੀ ਆ ਤੇ ਬੜੀ ਆਸਾਨੀ ਦੇ ਨਾਲ ਆਪਾਂ ਈਦ ਦੀ ਨਮਾਜ਼ ਪੜ੍ਹ ਲੈਂਦੇ ਆ। ਲੇਕਿਨ ਜਦੋਂ ਲੋਕ ਜਾਂਦੇ ਨਾ ਯੂਰਪੀ ਮੁਲਕਾਂ ਦੇ ਵਿੱਚ ਤੇ ਉਦੋਂ ਅਹਿਸਾਸ ਪੈਦਾ ਹੁੰਦਾ ਵਾ ਕਿ ਯਾਰ ਕਿੰਨੀ ਕੁ ਤਬਦੀਲੀ ਹੈਗੀ ਆ ਮੁਸਲਮਾਨ ਮੁਲਕ ਦੇ ਵਿੱਚ ਤੇ ਗੈਰ ਮੁਸਲਿਮ ਮੁਲਕ ਦੇ ਵਿੱਚ। ਕਿਉਂਕਿ ਯੂਰਪੀ ਮੁਲਕਾਂ ਦੇ ਵਿੱਚ ਜਿਹੜੇ ਚਰਚ ਜਿਹੜੇ ਹੈਗੇ ਆ ਜ਼ਿਆਦਾ ਤਾਦਾਦ ਦੇ ਵਿੱਚ ਵਾ, ਕਿਉਂਕਿ ਉੱਥੇ ਈਸਾਈ ਜਿਹੜੇ ਆ ਜ਼ਿਆਦਾ ਵਾ ਤੇ ਮੁਸਲਮਾਨ ਜਿਹੜੇ ਅਕਲੀਅਤ ਦੇ ਵਿੱਚ ਵਾ, ਕਮ ਤਾਦਾਦ ਦੇ ਵਿੱਚ ਵਾ। ਤੇ ਇਸ ਵਜ੍ਹਾ ਤੋਂ ਮਸਜਿਦਾਂ ਜਿਹੜੀਆਂ ਹੈਗੀਆਂ ਵਾ ਬਹੁਤ ਘੱਟ ਵਾ ਤੇ ਉਸ ਮੁਲਕਾਂ ਦੇ ਵਿੱਚ ਜਿਹੜੇ ਮੁਸਲਮਾਨ ਰਹਿੰਦੇ ਆ ਉਹਨਾਂ ਨੂੰ ਬੜੀ ਦੂਰੋਂ ਦੂਰੋਂ ਆਉਣਾ ਪੈਂਦਾ ਵਾ, ਬੱਸਾਂ ਦੇ ਵਿੱਚ ਬਹਿ ਕੇ ਆਉਂਦੇ ਆ, 3-3 4-4 ਘੰਟਿਆਂ ਦਾ ਸਫ਼ਰ ਕਰਕੇ ਆਉਂਦੇ ਆ ਈਦ ਦੀ ਨਮਾਜ਼ ਪੜ੍ਹਨ ਵਾਸਤੇ। ਵਜ੍ਹਾ ਸਿਰਫ ਇਹ ਆ ਕਿ ਮਸਜਿਦਾਂ ਜਿਹੜੀਆਂ ਹੈਗੀਆਂ ਵਾ ਉਸ ਮੁਲਕਾਂ ਦੇ ਵਿੱਚ ਬਹੁਤ ਕਮ ਵਾ। ਕਿਸੇ ਸ਼ਹਿਰ ਦੇ ਵਿੱਚ ਇੱਕ ਅਗਰ ਮਸਜਿਦ ਵਾ ਤੇ ਅਗਰ ਕਿਸੇ ਨੇ ਦੂਰੋਂ ਆਉਣਾ ਵਾ ਤੇ ਕੋਈ ਬੱਸ 'ਤੇ ਬਹਿ ਕੇ ਈਦ ਦੀ ਨਮਾਜ਼ ਪੜ੍ਹਨ ਵਾਸਤੇ ਆਉਂਦੇ ਆ। ਲੇਕਿਨ ਕਦੀ ਇਹ ਅਹਿਸਾਸ ਜਿਹੜਾ ਪਾਕਿਸਤਾਨ ਦੇ ਵਿੱਚ ਆਪਾਂ ਨੂੰ ਨਹੀਂ ਹੋਇਆ, ਜਾਂ ਕੋਈ ਜਿੰਨੇ ਵੀ ਇਸਲਾਮੀ ਮੁਲਕ ਵਾ ਉੱਥੇ ਮੁਸਲਮਾਨ ਜਿੰਨੇ ਵੀ ਰਹਿੰਦੇ ਆ ਉਹਨਾਂ ਨੂੰ ਵੀ ਸ਼ਾਇਦ ਕਦੀ ਅਹਿਸਾਸ ਨਾ ਹੋਇਆ ਹੋਵੇ ਕਿਉਂਕਿ ਆਪਣੇ ਤੇ ਹਰ ਗਲੀ ਮਹੱਲੇ ਦੇ ਵਿੱਚ ਮਸਜਿਦ ਕਰੀਬ ਵਾ ਤੇ ਬੜੀ ਆਸਾਨੀ ਦੇ ਨਾਲ ਆਪਾਂ ਨਮਾਜ਼ ਜੁਮਾ ਵੀ ਪੜ੍ਹ ਲੈਂਦੇ ਆ, ਈਦ ਦੀ ਨਮਾਜ਼ ਵੀ ਪੜ੍ਹ ਲੈਂਦੇ ਆ। ਲੇਕਿਨ ਕੁਝ ਇੱਦਾਂ ਦੇ ਮੁਸਲਮਾਨ ਵੀ ਹੈਗੇ ਆ ਜਿਹੜੇ ਕਿ ਯੂਰਪੀ ਮੁਲਕਾਂ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਨੂੰ ਕਈ ਘੰਟੇ ਬੱਸਾਂ ਦੇ ਵਿੱਚ ਸਫ਼ਰ ਕਰਕੇ ਆਉਣਾ ਪੈਂਦਾ ਵਾ ਤੇ ਆ ਕੇ ਈਦ ਦੀ ਨਮਾਜ਼ ਪੜ੍ਹਦੇ ਆ। ਇਹ ਅਹਿਸਾਸ ਮੈਨੂੰ ਤਾਂ ਪੈਦਾ ਹੋਇਆ ਕਿਉਂਕਿ ਯਾਰ ਅੱਜ ਈਦ ਦੀ ਨਮਾਜ਼ ਪੜ੍ਹਨ ਵਾਸਤੇ ਮੈਂ ਪੂਰੇ ਟਾਈਮ 'ਤੇ ਪਹੁੰਚਿਆ। ਹਾਲਾਂਕਿ ਮਸਜਿਦ ਕਰੀਬ ਸੀ ਲੇਕਿਨ ਕੁਛ ਮੈਨੂੰ ਦੇਰ ਹੋ ਗਈ ਜਿਹਦੀ ਵਜ੍ਹਾ ਤੋਂ ਮੈਂ ਪੂਰੇ ਟਾਈਮ 'ਤੇ ਪਹੁੰਚਿਆ ਸੀ। ਜਦੋਂ ਮੈਂ ਵਾਪਸੀ ਆਇਆ ਤੇ ਇਹੀ ਸੋਚਦਾ ਆਇਆ ਕਿ ਯਾਰ ਕੁਛ ਲੋਕ ਇੱਦਾਂ ਦੇ ਵੀ ਹੋਣਗੇ ਕਿ ਜਿਨ੍ਹਾਂ ਦੇ ਘਰ ਦੂਰ ਹੋਣਗੇ ਮਸਜਿਦ ਤੋਂ ਤੇ ਉਹ ਜਿਹੜੇ ਆ ਬੜੀ ਮੁਸ਼ਕਿਲ ਦੇ ਨਾਲ ਆਉਂਦੇ ਹੋਣੇ ਆ, ਦੂਰੋਂ ਆਉਂਦੇ ਹੋਣੇ ਆ। ਲੇਕਿਨ ਯਾਰ ਮਸਜਿਦ ਦੇ ਵਿੱਚ ਈਦ ਦੀ ਨਮਾਜ਼ ਪੜ੍ਹਨ ਵਾਸਤੇ ਟਾਈਮ ਦੇ ਨਾਲ ਆਉਣਾ ਚਾਹੀਦਾ ਕਿਉਂਕਿ ਮੈਂ ਕੁਛ ਲੇਟ ਹੋ ਗਿਆ ਸੀ। ਲੇਕਿਨ ਟਾਈਮ 'ਤੇ ਆਉਣਾ ਚਾਹੀਦਾ ਵਾ, ਟਾਈਮ ਦੇ ਨਾਲ ਨਮਾਜ਼ ਪੜ੍ਹਨੀ ਚਾਹੀਦੀ ਆ। ਇਹ ਅਹਿਸਾਸ ਮੇਰੇ ਅੰਦਰ ਪੈਦਾ ਹੋਇਆ ਤੇ ਮੈਂ ਆਪਣੀ ਗਲਤੀ ਮੰਨਦਾ ਵਾਂ ਕਿਉਂਕਿ ਟਾਈਮ ਤੋਂ ਪਹਿਲਾਂ ਆਉਣਾ ਚਾਹੀਦਾ, ਬਲਕਿ ਕੁਛ ਟਾਈਮ ਮਸਜਿਦ ਵਿੱਚ ਆ ਕੇ ਬੈਠਣਾ ਚਾਹੀਦਾ ਵਾ
ਇਮਾਮ ਸਾਹਿਬ ਦਾ ਖੁਤਬਾ ਸੁਣਨਾ ਚਾਹੀਦਾ ਵਾ। ਅਗਰ ਈਦ ਦੀ ਨਮਾਜ਼ ਹੋ ਰਹੀ ਆ ਜਾਂ ਜੁਮੇ ਦੀ ਨਮਾਜ਼ ਹੋ ਰਹੀ ਆ। ਲੇਕਿਨ ਇਹ ਅਹਿਸਾਸ ਮੇਰੇ ਅੰਦਰ ਪੈਦਾ ਹੋਇਆ ਤੇ ਮੈਂ ਕਿਹਾ ਯਾਰ ਚਲੋ ਆਪਣੇ ਦੋਸਤਾਂ ਦੇ ਨਾਲ ਵੀ ਇਹ ਗੱਲ ਸ਼ੇਅਰ ਕਰ ਦੇਵਾਂ ਕਿ ਸ਼ਾਇਦ ਉਹਨਾਂ ਨੂੰ ਵੀ ਕਦੀ ਇਸ ਬਾਰੇ ਪਤਾ ਚੱਲੇ, ਕਿਉਂਕਿ ਕੁਝ ਲੋਕ ਹੈਗੇ ਆ ਜਿੱਦਾਂ ਆਪਾਂ ਪਾਕਿਸਤਾਨ ਦੇ ਵਿੱਚ ਵਾ, ਕਦੀ ਆਪਾਂ ਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਹੋਏਗਾ। ਲੇਕਿਨ ਜਦੋਂ ਯਾਰ ਇਹ ਲੋਕ ਜਾਂਦੇ ਨਾ ਦੂਜੇ ਮੁਲਕਾਂ ਦੇ ਵਿੱਚ, ਯੂਰਪੀ ਮੁਲਕਾਂ ਦੇ ਵਿੱਚ, ਉਦੋਂ ਇਹ ਗੱਲ ਬੜੀ ਮਹਿਸੂਸ ਹੁੰਦੀ ਆ ਇਨਸਾਨ ਨੂੰ। ਖੈਰ ਯਾਰ, ਤੁਹਾਡੀ ਈਦ ਕਿਸ ਤਰ੍ਹਾਂ ਗੁਜ਼ਰ ਰਹੀ ਆ? ਉਮੀਦ ਕਰਦਾ ਵਾਂ ਕਿ ਤੁਹਾਡੀ ਈਦ ਜਿਹੜੀ ਆ ਅੱਛੀ ਗੁਜ਼ਰੇ ਤੇ ਇਸ ਈਦ ਦੀ ਖੁਸ਼ੀਆਂ ਦੇ ਵਿੱਚ ਆਪਣੇ ਉਸ ਲੋਕਾਂ ਨੂੰ ਵੀ ਯਾਦ ਰੱਖਿਓ, ਅਜ਼ੀਜ਼ੋ ਅਕਾਰਬ ਤੇ ਦੋਸਤਾਂ ਨੂੰ ਵੀ ਯਾਦ ਰੱਖਿਓ ਕਿ ਜਿਹੜੇ ਕਿ ਹੁਣ ਆਪਣੇ ਦਰਮਿਆਨ ਮੌਜੂਦ ਨਹੀਂ ਆ, ਜਿਹੜੇ ਕਿ ਕਬਰਸਤਾਨਾਂ ਦੇ ਵਿੱਚ ਚਲੇ ਗਏ ਆ, ਜਿਹੜੇ ਕਿ ਪਿਛਲੇ ਸਾਲਾਂ ਦੇ ਵਿੱਚ ਆਪਣੇ ਦਰਮਿਆਨ ਮੌਜੂਦ ਸੀ। ਉਹ ਲੋਕਾਂ ਨੂੰ ਵੀ ਈਦ ਦੇ ਇਸ ਪੁਰਵਕਾਰ ਮੌਕੇ ਤੇ, ਖੁਸ਼ੀਆਂ ਦੇ ਮੌਕੇ ਤੇ ਯਾਦ ਰੱਖਿਓ, ਦੁਆਵਾਂ ਦੇ ਵਿੱਚ ਯਾਦ ਰੱਖਿਓ। ਅਗਰ ਤੁਸੀਂ ਉਹਨਾਂ ਨੂੰ ਮਿਲਣ ਵਾਸਤੇ ਨਹੀਂ ਜਾ ਸਕਦੇ ਤੇ ਕਮ ਅਜ਼ ਕਮ ਉਹਨਾਂ ਨੂੰ ਦੁਆਵਾਂ ਦੇ ਵਿੱਚ ਤੇ ਯਾਦ ਜ਼ਰੂਰ ਰੱਖਿਓ, ਕਿਉਂਕਿ ਦੁਨੀਆ ਜਿਹੜੀ ਹੈਗੀ ਆ ਬਹੁਤ ਤੇਜ਼ੀ ਦੀ ਦੁਨੀਆ ਵਾ, ਕਿਸੇ ਕੋਲ ਕੋਈ ਟਾਈਮ ਨਹੀਂ ਹੈਗਾ ਬਹਿਣ ਖਲੋਣ ਦਾ। ਲੇਕਿਨ ਇਹੀ ਇੱਕ ਮੌਕੇ ਹੁੰਦੇ ਆ ਜਦੋਂ ਹਰ ਕਿਸੇ ਕੋਲ ਟਾਈਮ ਹੁੰਦਾ ਮਿਲਣ ਗਿਲਣ ਦਾ। ਤੇ ਇਸ ਵਾਸਤੇ ਮੈਂ ਕਹਾਂਗਾ ਕਿ ਆਪਣੇ ਅਜ਼ੀਜ਼ੋ ਅਕਾਰਬ ਨੂੰ ਤੇ ਆਪਣੇ ਉਹ ਲੋਕ ਜਿਹੜੇ ਕਿ ਆਪਣੇ ਦਰਮਿਆਨ ਹੁਣ ਮੌਜੂਦ ਨਹੀਂ ਹੈਗੇ, ਅੱਲਾ ਨੂੰ ਪਿਆਰੇ ਹੋ ਚੁੱਕੇ ਆ, ਉਹਨਾਂ ਨੂੰ ਵੀ ਯਾਦ ਰੱਖਿਓ। ਖੈਰ, ਤੁਸੀਂ ਇਸ ਬਾਰੇ ਕੀ ਰਾਏ ਰੱਖਦੇ ਆ? ਮੈਨੂੰ ਕਮੈਂਟਸ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ।